परम सत्कारयोग सतगुरां दी साजी और नवाजी हुई साध संगत जीओ, आप माई पाई तंता दे जोग हों। जिन्हां नूं सतगुरु जी दे चरनां दे विच बैठण दे सुभाग समय प्राप्त होए, आओ सारे रल मिल के आपां गुरबाणी दी विचार करिए। गुरु नानक देव महाराज जी दी उच्चारण कीती हुई गुरबाणी दी विचार चलती आ रही है। आओ सारे ही रल मिल के गुरबाणी दी विचार करिए। की कहते ने गुरु नानक देव महाराज जी, आओ सरबन करो। गौड़ी महला पहला, बोले साच मिथ्या नाही राई। चल है गुरमुख हुक्म रजाई। रहे अतीत सच्चे सरनाई। सतगुरु जी फरमान करते ने, जो सच बोलदा है, जिस विच एक भोरा भर भी झूठ नहीं हुंदा अते गुरमुख रजा वाले दे फरमान अनुसार तुरदा है, ਉਹ सच्चे साईं दी पनाह विच अटंक विचरदा है। ਉਹ वाहिगुरु दे हुक्म दे विच, ਉਹਦੀ पनाह दे विच, शरण दे विच, जे एक कह ली ਉਹਨਾਂ ਦੇ ਚਰਨਾਂ ਦੇ ਵਿੱਚ ਵਿਚਰਦਾ ਹੈ। सच कर वैसे काल न जो है, मन मुख को आवत जावत दुख मोह रहाओ। ਉਹ सच्चे ग्रह अंदर वसदा है ਅਤੇ मौत उस नूं नहीं सूंदी। अधर्मी आउंदा ते जांदा है ਅਤੇ संसारी ममता ਦੀ ਪੀੜ ਸਹਾਰਦਾ ਹੈ। ਭਾਵ ਕਿ ਜਿਹੜਾ ਮਨਮੁਖ ਹੈ ਉਹ ਜੰਮਦਾ ਤੇ ਮਰਦਾ ਹੈ, ਆਉਂਦਾ ਤੇ ਜਾਂਦਾ ਹੈ। ਮਨਮੁਖ ਕਿਹਨੂੰ ਆਖਿਆ ਬਾਣੀ ਨੇ? ਮਨਮੁਖ ਉਹਨਾਂ ਨੂੰ ਆਖਿਆ ਹੈ ਜਿਹੜੇ ਆਪਣੇ ਮਨ ਦੇ ਪਿੱਛੇ ਲੱਗਦੇ ਨੇ। ਮਨ ਨੇ ਕਹਿ ਦਿੱਤਾ ਵੀ ਛੱਡ ਪਰੇ, ਅੰਮ੍ਰਿਤ ਵੇਲੇ ਕੀ ਉੱਠਣਾ, ਕੀ ਗੁਰਦੁਆਰੇ ਜਾਣਾ, ਇਹਨੂੰ ਕਹਿੰਦੇ ਨੇ ਮਨਮੁਖ। ਮਨਮੁਖ ਬੰਦਾ ਮਾੜੇ ਕੰਮਾਂ ਨੂੰ ਸ਼ੇਰ ਬਣ ਜਾਂਦਾ, ਚੰਗਿਆਈਆਂ ਨੂੰ ਆਲਸ ਕਰਦਾ ਹੈ। ਮਹਾਰਾਜ ਜੀ ਕਹਿੰਦੇ ਬੁਰਾਈਆਂ ਹੋਏ ਸ਼ੇਰ, ਬੁਰਾਈਆਂ ਨੂੰ, ਮਾੜੇ ਕੰਮਾਂ ਨੂੰ ਇਹ ਸ਼ੇਰ ਬਣ ਜਾਂਦਾ। ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਫਿਰ ਗੁਰਮੁਖ ਪਿਆਰਿਓ ਇਹ ਗਿੱਦੜ ਬਣ ਜਾਂਦਾ। ਮਹਾਰਾਜ ਜੀ ਕਹਿੰਦੇ ਇਸ ਕਰਕੇ ਇਹ ਫਿਰ ਦੁੱਖ ਸਹਾਰਦਾ ਹੈ।
ਇਹ ਦੁੱਖ ਸਹਾਰਦਾ। ਜਦੋਂ ਬੰਦਾ ਮਨਮੁਖ ਬਣ ਜਾਂਦਾ ਨਾ, ਧਰਮੀ ਬਣ ਜਾਂਦਾ, ਧਰਮ ਤੇ ਨਹੀਂ ਚੱਲਦਾ, ਫਿਰ ਇਹ ਦੁੱਖ ਸਹਾਰਦਾ ਹੈ। ਤਾਂ ਗੁਰਮੁਖ ਪਿਆਰੇ, ਦੁੱਖ ਆਉਂਦੇ ਉਦੋਂ ਨੇ ਜਦੋਂ ਅਸੀਂ ਕਿਸੇ ਨੂੰ ਦੁਖੀ ਕਰਦੇ ਹਾਂ। ਇਹ ਦੁੱਖ ਆਉਂਦੇ ਤਦ ਨੇ ਜਦੋਂ ਅਸੀਂ ਕਿਸੇ ਨੂੰ ਦੁਖੀ ਕਰਦੇ ਹਾਂ। ਫਿਰ ਉਹ ਪਰਮੇਸ਼ਰ ਕਰਮਾਂ ਦਾ ਹਿਸਾਬ ਕਿਤਾਬ ਕਰਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ, ਆਪਿਓ ਪੀਓ ਕਥ ਕਥ ਰਹੀਐ, ਨਿਜ ਕਰ ਬੈਸ ਸਹਿਜ ਕਰ ਲਹੀਐ, ਹਰ ਰਸ ਮਾਤੇ ਏ ਸੁਖ ਕਹੀਐ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਅੰਮ੍ਰਿਤ ਪਾਨ ਕਰ ਅਤੇ ਅਕਹਿ ਸੁਆਮੀ ਦਾ ਨਾਮ ਉਚਾਰਨ ਕਰਦਾ ਰਹੋ। ਉਹ ਪਰਮੇਸ਼ਰ ਦਾ ਨਾਮ ਦਾ ਜਾਪ ਕਰਦਾ ਰਹੋ, ਸਿਮਰਦੇ ਰਹੋ। ਆਪਣੇ ਨਿਜ ਦੇ ਧਾਮ ਅੰਦਰ ਬੈਠ ਕੇ ਪ੍ਰਸੰਨਤਾ ਦਾ ਗ੍ਰਹਿ ਪ੍ਰਾਪਤ ਕਰ ਸਕਦਾ ਹੈ। ਇਹ ਪ੍ਰਸੰਨਤਾ ਉਸ ਨੂੰ ਪ੍ਰਾਪਤ ਹੋਈ ਆਖੀ ਜਾਂਦੀ ਹੈ ਜੋ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੰਗੀਜਿਆ ਹੈ। ਭਾਵ ਕਿ ਜਿਹੜਾ ਨਾਮ ਦੇ ਨਾਲ ਰੰਗਿਆ ਗਿਆ, ਉਹਦੇ ਉੱਤੇ ਵਾਹਿਗੁਰੂ ਪਰਮੇਸ਼ਰ ਦੀ ਖੁਸ਼ੀ ਹੋ ਜਾਂਦੀ ਹੈ, ਪ੍ਰਸੰਨਤਾ ਹੋ ਜਾਂਦੀ ਹੈ। ਅੱਗੇ ਫਰਮਾਨ ਕਰਦੇ ਨੇ, ਗੁਰਮਤਿ ਚਾਲ ਨੈਚਲ ਨਹੀਂ ਡੋਲੈ, ਗੁਰਮਤਿ ਸਾਚ ਸਹਿਜ ਹਰ ਬੋਲੈ, ਪੀਵੈ ਅੰਮ੍ਰਿਤ ਤਤ ਬਰੋਲੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ, ਕਹਿੰਦੇ ਜੀਵਨ ਰੌ ਰੀਤੀ ਨੂੰ ਗੁਰਾਂ ਦੀ ਸਿੱਖ ਮਤ ਅਨੁਸਾਰ ਢਾਲਣ ਦੁਆਰਾ ਇਨਸਾਨ ਅਹਿਲ ਹੋ ਜਾਂਦਾ ਹੈ ਅਤੇ ਕਦੇ ਵੀ ਡੋਲਦਾ ਨਹੀਂ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਸੁਭਾਵਕ ਹੀ ਵਾਹਿਗੁਰੂ ਦੇ ਸੱਚੇ ਨਾਮ ਦਾ ਉਚਾਰਨ ਕਰਦਾ ਹੈ। ਉਹ ਆਪ ਹਯਾਤ ਪਾਨ ਕਰਦਾ ਹੈ ਅਤੇ ਅਸਲੀਅਤ ਨੂੰ ਰਿੜਕ ਕੇ ਵੱਖਰੀ ਕੱਢ ਲੈਂਦਾ ਹੈ। ਸਤਿਗੁਰ ਦਿਖਿਆ ਦਿਖਿਆ ਲੀਨੀ, ਮਨ ਤਨ ਅਰਪਿਓ ਅੰਤਰਗਤ ਕੀਨੀ, ਗਤ ਮਿਤ ਪਾਈ ਆਤਮ ਚੀਨੀ। ਸਤਿਗੁਰੂ ਜੀ ਕਹਿੰਦੇ, ਸੱਚੇ ਗੁਰਾਂ ਨੂੰ ਵੇਖ ਕੇ, ਸੱਚੇ ਗੁਰਾਂ ਨੂੰ ਵੇਖ ਕੇ ਮੈਂ ਉਹਨਾਂ ਪਾਸੋਂ ਸਿੱਖਿਆ ਲਈ ਆ। ਸੱਚੇ ਗੁਰਾਂ ਨੂੰ ਵੇਖ ਕੇ ਮੈਂ ਉਹਨਾਂ ਪਾਸੋਂ ਸਿੱਖਿਆ ਲਈ ਆ। ਸਿੱਖਿਆ ਸਾਨੂੰ ਸੱਚੇ ਗੁਰਾਂ ਦੇ ਕੋਲੋਂ ਲੈ ਲੈਣੀ ਚਾਹੀਦੀ ਆ। ਪਰ ਜਦੋਂ ਸਤਿਗੁਰੂ ਜੀ ਸਾਨੂੰ ਸਿੱਖਿਆ ਦਿੰਦੇ ਨੇ, ਉਦੋਂ ਅਸੀਂ ਸੁੱਤੇ ਪਏ ਹਾਂ। ਗੁਰੂ ਜੀ ਸਾਨੂੰ ਸਿੱਖਿਆ ਦੇ ਰਹੇ ਨੇ ਤੇ ਅਸੀਂ ਸੁੱਤੇ ਪਏ ਹਾਂ। ਮੰਨ ਲਓ ਵੀ ਜਿਹੜਾ ਟੀਚਰ ਬੱਚਿਆਂ ਨੂੰ ਪੜ੍ਹਾ ਰਿਹਾ,
ਜੇ ਕਲਾਸ ਦੇ ਵਿੱਚ ਬੱਚਾ ਸੁੱਤਾ ਪਿਆ ਹੈ, ਨਾ ਉਹਨੇ ਕੋਈ ਸੁਣਿਆ, ਨਾ ਉਹਨੂੰ ਪਤਾ ਲੱਗਿਆ ਵੀ ਕੀ ਪੜ੍ਹਾਇਆ ਕੀ ਦੱਸਿਆ, ਉਹ ਕਿਹੜੀ ਡਿਗਰੀ ਲੈ ਲੂਗਾ, ਉਹ ਕਿਹੜੀ ਪਾਸਿੰਗ ਲੈ ਲੂਗਾ? ਫੇਲ ਜਾਏਗਾ, ਸਾਰਾ ਸਾਲ ਬਰਬਾਦ ਜਾਏਗਾ। ਇਸੇ ਤਰ੍ਹਾਂ ਜਦੋਂ ਅਸੀਂ ਗੁਰਾਂ ਦੀ ਸਿੱਖ ਮਤ ਲਵਾਂਗੇ, ਗੁਰਾਂ ਦੀ ਗੱਲ ਨੂੰ ਸੁਣਾਂਗੇ, ਫਿਰ ਹੀ ਸਾਡੇ 'ਤੇ ਮਿਹਰ ਹੋਣੀ ਹੈ, ਫਿਰ ਹੀ ਕਿਰਪਾ ਹੋਣੀ ਹੈ, ਫਿਰ ਹੀ ਗਿਆਨ ਹੋਣਾ, ਤਦ ਹੀ ਫਿਰ ਸਾਡੇ ਦੁੱਖ ਦੂਰ ਹੋਣੇ ਨੇ। ਇਸੇ ਕਰਕੇ ਸਾਨੂੰ ਗੁਰਾਂ ਦੀ ਬਾਣੀ 'ਤੇ ਵਿਸ਼ਵਾਸ ਨਹੀਂ ਹੈ। ਇਸੇ ਕਰਕੇ ਕਹਿੰਦੇ ਵੀ ਗੁਰੂ ਦੀ ਬਾਣੀ ਪੜ੍ਹਨ ਨਾਲ ਦੁੱਖ ਕਿਵੇਂ ਦੂਰ ਹੋ ਜਾਣਗੇ। ਇਸੇ ਕਰਕੇ ਸਾਨੂੰ ਗੁਰਾਂ 'ਤੇ ਭਰੋਸਾ ਨਹੀਂ ਬਣਦਾ। ਗੁਰੂ ਸਮਰੱਥ ਹੈ, ਗੁਰੂ ਸਮਰੱਥ ਹੈ, ਤਾਂ ਗੁਰਮੁਖ ਪਿਆਰੇ ਗੁਰਾਂ ਦੀ ਬਾਣੀ ਸਮਰੱਥ ਹੈ। ਗੁਰਾਂ ਦੇ ਸੱਚੇ ਗੁਰਾਂ ਨੂੰ ਵੇਖ ਕੇ ਮੈਂ ਉਹਨਾਂ ਪਾਸੋਂ ਸਿੱਖਿਆ ਲਈ ਆ। ਹੁਣ ਅਸੀਂ ਗੁਰਾਂ ਨੂੰ ਵੇਖਦੇ ਨਹੀਂ ਹਾਂ, ਨਾ ਅਸੀਂ ਗੁਰਾਂ ਨੂੰ ਸੁਣਦੇ ਹਾਂ। ਕੋਈ ਕਹੋ ਮੈਂ ਫਲਾਣੇ ਗਾਇਕ ਦਾ ਫੈਨ ਆ, ਕੋਈ ਕਹੋ ਮੈਂ ਫਲਾਣੇ ਗਾਇਕ ਦਾ ਫੈਨ ਆ। ਕਿਹਾ ਕਿਸੇ ਨੇ ਵੀ ਮੈਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਫੈਨ ਆ, ਜਾਂ ਮੈਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਫੈਨ ਆ, ਜਾਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਫੈਨ ਆ। ਅਸੀਂ ਕਹਿੰਦੇ ਆ ਵੀ ਉਹ ਬੜੇ ਫਲਾਣੇ ਗਾਇਕ ਨੂੰ ਤੂੰ ਸੁਣਿਆ, ਬੜਾ ਵਧੀਆ ਬੋਲਦਾ ਅਤੇ ਬੜਾ ਵਧੀਆ ਗਾਉਂਦਾ। ਕਦੇ ਕਿਸੇ ਨੇ ਕਿਹਾ ਕਿ ਬਈ ਤੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸੁਣਿਆ, ਤੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸੁਣਿਆ, 6 ਗੁਰੂਆਂ ਨੂੰ ਸੁਣਿਆ, 10 ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੁਣਿਆ। ਇਸੇ ਕਰਕੇ ਅਸੀਂ ਸੁਣਿਆ ਨਹੀਂ ਹੈ। ਜੇ ਕਿਤੇ ਸੁਣ ਵੀ ਲਿਆ ਤਾਂ ਸਾਨੂੰ ਉਹ ਸਮਝ ਨਹੀਂ ਆਈ। ਜੇ ਅਸੀਂ ਸੁਣੀ ਵੀ ਹੈ ਗੁਰੂ ਦੀ ਬਾਣੀ ਤਾਂ ਸਾਨੂੰ ਸਮਝ ਨਹੀਂ ਆਈ ਵੀ ਗੁਰੂ ਜੀ ਕਹਿੰਦੇ ਕੀ ਨੇ। ਇਸ ਕਰਕੇ ਭਾਈ ਗੁਰੂ ਜੀ ਦੇ ਪਾਸੋਂ ਸਿੱਖਿਆ ਲੈਣੀ ਚਾਹੀਦੀ ਆ। ਜਦੋਂ ਅਸੀਂ ਗੁਰੂ ਤੋਂ ਸਿੱਖਿਆ ਲਵਾਂਗੇ ਤੇ ਸਾਡਾ ਜਿਹੜਾ ਜੀਵਨ ਆ ਐਨ ਵਧੀਆ ਚੱਲੇਗਾ। ਕਦੇ ਵੀ ਜ਼ਿੰਦਗੀ 'ਚ ਸਤਿਗੁਰੂ ਜੀ ਫਿਰ ਦੁੱਖ ਨਹੀਂ ਆਉਣ ਦਿੰਦੇ। ਮਹਾਰਾਜ ਜੀ ਕਹਿੰਦੇ ਮੈਂ ਆਪਣੀ ਆਤਮਾ ਤੇ ਸਰੀਰ ਗੁਰਾਂ ਨੂੰ ਅਰਪਣ ਕਰਕੇ ਆਪਣੇ ਅੰਦਰ ਵਾਰ ਦੀ ਖੋਜ ਭਾਲ ਕਰ ਲਈ ਆ। ਆਪਣੀ ਆਤਮਾ, ਇਹ ਜਿਹੜੀ ਆਤਮਾ ਹੈ ਇਹ ਪਰਮਾਤਮਾ ਦੇ ਅਰਪਣ ਕਰਨੀ ਪੈਂਦੀ ਆ। ਜਦੋਂ ਆਤਮਾ ਪਰਮਾਤਮਾ ਦੀ ਹੋ ਗਈ ਤਾਂ ਗੁਰਮੁਖ ਪਿਆਰਿਓ ਫਿਰ ਕਿਰਪਾ ਹੁੰਦੀ ਹੈ, ਫਿਰ ਰਹਿਮਤ ਹੁੰਦੀ ਆ। ਸਾਡੇ ਅੰਦਰ ਪਰਮਾਤਮਾ ਤੇ ਆਤਮਾ ਇਹਨਾਂ ਦੇ ਵਿਚਾਲੇ ਪੜਦਾ ਹੈ। ਇਹ ਜਦੋਂ ਆਤਮਾ ਕੋਈ ਮਾੜਾ ਕੰਮ ਕਰਦੀ ਹੈ, ਗਲਤ ਕੰਮ ਕਰਦੀ ਹੈ ਜਾਂ ਕਾਨੂੰਨ ਦੀ ਉਲੰਘਣਾ ਕਰਦੀ ਆ ਤਾਂ ਗੁਰਮੁਖ ਪਿਆਰਿਓ ਅੰਦਰੋਂ ਫਿਰ ਜਿਹੜਾ ਪਰਮਾਤਮਾ ਬੈਠਾ ਨਾ ਉਹ ਆਵਾਜ਼ ਦਿੰਦਾ ਵੀ ਇਹ ਕੰਮ ਗਲਤ ਹੈ, ਇਹ ਨਹੀਂ ਕਰਨਾ। ਫਿਰ ਗੁਰਮੁਖ ਪਿਆਰਿਓ ਉਹ ਪਰਮਾਤਮਾ ਆਵਾਜ਼ ਦਿੰਦਾ ਵੀ ਇਹ ਕੰਮ ਗਲਤ ਹੈ, ਇਹ ਨਹੀਂ ਕਰਨਾ। ਤਾਂ ਆਤਮਾ ਕਹਿੰਦੀ ਚੱਕ ਦੇ ਫੱਟੇ ਕੀ ਹੁੰਦਾ। ਆਤਮਾ ਲੰਘਣਾ ਕਰਦੀ ਹੈ। ਇਹ ਫਿਰ ਬਾਅਦ 'ਚ ਨਾ ਆਤਮਾ ਬੜਾ ਪਛਤਾਉਂਦੀ ਹੈ ਤੇ ਬੜਾ ਦੁਖੀ ਹੁੰਦੀ ਹੈ।
ਤਾਂ ਗੁਰਮੁਖ ਪਿਆਰਿਓ, ਇਸ ਕਰਕੇ ਆਤਮਾ ਤੇ ਸਰੀਰ ਗੁਰਾਂ ਨੂੰ ਅਰਪਣ ਕਰਕੇ ਆਪਣੇ ਅੰਦਰ ਬਾਹਰ ਦੀ ਖੋਜ ਭਾਲ ਕਰ ਲਈ ਆ। ਮਹਾਰਾਜ ਜੀ ਕਹਿੰਦੇ ਆਪਣੇ ਆਪ ਨੂੰ ਸਮਝਣ ਦੁਆਰਾ ਮੈਂ ਮੁਕਤੀ ਦੀ ਕਦਰ ਨੂੰ ਅਨੁਭਵ ਕਰ ਲਿਆ। ਅੱਗੇ ਸਤਿਗੁਰੂ ਜੀ ਫਰਮਾਨ ਕਰਦੇ ਨੇ, ਭੋਜਨ ਨਾਮ ਨਰੰਜਨ ਸਾਰ, ਪਰਮਹੰਸ ਸਚ ਜੋਤਿ ਅਪਾਰ, ਜਹ ਦੇਖੋ ਤਹਿ ਕੰਕਾਰ। ਤਾਂ ਗੁਰਮੁਖ ਪਿਆਰਿਓ, ਪਵਿੱਤਰ ਪ੍ਰਭੂ ਦਾ ਨਾਮ ਪਰਮ ਸ੍ਰੇਸ਼ਟ ਖਾਣਾ ਹੈ। ਪਵਿੱਤਰ ਪ੍ਰਭੂ ਦਾ ਨਾਮ ਪਰਮ ਸ੍ਰੇਸ਼ਟ ਖਾਣਾ ਹੈ। ਇਹ ਖਾਣਾ ਕਿਹਦਾ ਹੈ? ਇਹ ਖਾਣਾ ਹੈ ਆਤਮਾ ਦਾ। ਪ੍ਰਭੂ ਦਾ ਨਾਮ ਰੂਪੀ ਖਾਣਾ ਆਤਮਾ ਨੂੰ ਖਵਾਉਣਾ ਚਾਹੀਦਾ ਹੈ, ਲੇਕਿਨ ਸਾਡੀ ਜਿਹੜੀ ਆਤਮਾ ਉਹ ਭੁੱਖੀ ਆ। ਸਰੀਰ ਨੂੰ ਬੰਦਾ ਰਜਾਉਂਦਾ ਹੈ ਪਰ ਆਤਮਾ ਭੁੱਖੀ ਆ। ਮਹਾਰਾਜ ਜੀ ਕਹਿੰਦੇ, ਪਵਿੱਤਰ ਪੁਰਸ਼ ਅਨੰਤ ਪ੍ਰਭੂ ਦੀ ਸੱਚੀ ਰੋਸ਼ਨੀ ਹੈ। ਜਿੱਥੇ ਕਿਤੇ ਵੀ ਵੇਖਦਾ ਹਾਂ ਉੱਥੇ ਮੈਂ ਇੱਕ ਸਾਈ ਨੂੰ ਵੇਖਦਾ ਹਾਂ, ਉਹ ਪਰਮੇਸ਼ਰ ਨੂੰ ਵੇਖਦਾ ਹਾਂ। ਜਿਵੇਂ ਭਾਈ ਕਨਈਏ ਦੀ ਸ਼ਿਕਾਇਤ ਕਰ ਦਿੱਤੀ ਸੀ, ਕਹਿਣ ਲੱਗੇ ਸੱਚੇ ਪਾਤਸ਼ਾਹ ਸਿੰਘਾਂ ਨੇ ਭਾਈ ਕਨਈਏ ਦੀ ਸ਼ਿਕਾਇਤ ਕਰ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ। ਸੱਚੇ ਪਾਤਸ਼ਾਹ, ਅਸੀਂ ਦੁਸ਼ਮਣਾਂ ਦੇ ਫੱਟ ਲਾ ਲਾ ਕੇ ਉਹਨਾਂ ਨੂੰ ਧਰਤੀ ਤੇ ਲਟਾਉਣੇ ਆ, ਘਾਇਲ ਕਰਦੇ ਆ। ਇਹ ਭਾਈ ਕਨਈਆ ਉਹਨਾਂ ਨੂੰ ਪਾਣੀ ਪਿਲਾ ਕੇ ਹੋਸ਼ ਦੇ ਵਿੱਚ ਆ ਜਾਂਦੇ ਨੇ ਤੇ ਸ਼ਸਤਰ ਚੱਕ ਕੇ ਫਿਰ ਉਹ ਸਾਡੇ ਨਾਲ ਲੜਨ ਲੱਗ ਜਾਂਦੇ ਨੇ। ਇਹ ਸ਼ਿਕਾਇਤ ਸਤਿਗੁਰੂ ਜੀ ਦੇ ਕੋਲ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਬੁਲਾਓ ਭਾਈ ਕਨਈਏ ਨੂੰ। ਭਾਈ ਕਨਈਏ ਨੂੰ ਸਿੰਘਾਂ ਨੇ ਬੁਲਾ ਕੇ ਲੈ ਕੇ ਆਂਦਾ ਤੇ ਆਣ ਕੇ ਭਾਈ ਕਨਈਏ ਨੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ, ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀਆਂ ਦਾ ਕੀ ਹੁਕਮ ਆ? ਮਹਾਰਾਜ ਜੀ ਕਹਿੰਦੇ, ਭਾਈ ਕਨਈਆ ਤੂੰ ਕਹਿੰਦੇ ਸਾਰਿਆਂ ਨੂੰ ਪਾਣੀ ਪਿਲਾਈ ਜਾਨਾ, ਤੇਰੀ ਸ਼ਿਕਾਇਤ ਆਈ ਹੈ ਤੂੰ ਮੁਗਲਾਂ ਨੂੰ ਪਾਣੀ ਪਿਲਾਨਾ। ਕਹਿਣ ਲੱਗਿਆ, ਨਾ ਮਹਾਰਾਜ ਜੀ, ਮੈਂ ਤਾਂ ਕਿਸੇ ਮੁਗਲ ਨੂੰ ਪਾਣੀ ਨਹੀਂ ਪਿਲਾਇਆ। ਸਿੰਘ ਕਹਿਣ ਲੱਗੇ, ਜਥੇਦਾਰ ਕਹਿਣ ਲੱਗਿਆ, ਮਹਾਰਾਜ ਜੀ ਮੈਂ ਆਪਣੇ ਅੱਖੀ ਦੇਖਿਆ ਹੈ ਭਾਈ ਕਨਈਏ ਨੂੰ, ਇਹ ਦੁਸ਼ਮਣਾਂ ਨੂੰ, ਇਹ ਵੈਰੀਆਂ ਨੂੰ ਇਹ ਪਾਣੀ ਪਿਲਾਉਂਦਾ ਹੈ। ਤਾਂ ਗੁਰਮੁਖ ਪਿਆਰਿਓ, ਹੱਥ ਜੋੜ ਕੇ ਬੇਨਤੀ ਕੀਤੀ, ਕਹਿਣਾ ਕੀਤਾ, ਸੱਚੇ ਪਾਤਸ਼ਾਹ ਹੋ ਸਕਦਾ ਵੀ ਇਹ ਸਿੰਘ ਵੀ ਸੱਚ ਬੋਲਦੇ ਹੋਣ, ਜਥੇਦਾਰ ਜੀ ਸੱਚ ਬੋਲਦਾ ਹੋਵੇ, ਪਰ ਲੇਕਿਨ ਮੈਂ ਜਿੱਧਰ ਜਿੱਧਰ ਦੇਖਾਂ ਮੈਂ ਤੇਰਾ ਹੀ ਸਰੂਪ ਹੈ। 10 ਕਲਗੀ ਵਾਲਿਆ, ਇਹਦੇ ਵਿੱਚ ਮੇਰਾ ਕੀ ਕਸੂਰ ਆ? ਮੈਂ ਜਿੱਧਰ ਨੂੰ ਦੇਖਦਾ
ਜਿਹਦੇ ਵੱਲ ਵੇਖਦਾ ਮੈਨੂੰ ਤੇਰਾ ਹੀ ਸਰੂਪ ਨਜ਼ਰ ਆਉਂਦਾ। ਮੈਂ ਤਾਂ ਤੇਰੇ ਸਰੂਪ ਕਰਕੇ ਪਾਣੀ ਪਿਲਾਉਣਾ। ਮੈਂ ਜਿੱਧਰ ਜਿੱਧਰ ਦੇਖਾਂ ਤੇਰਾ ਹੀ ਸਰੂਪ ਹੈ। ਦਸ ਕਲਗੀ ਵਾਲਿਆ ਤੇ ਮੇਰਾ ਕੀ ਕਸੂਰ ਹੈ। ਮਹਾਰਾਜ ਜੀ ਭਾਈ ਕਨ੍ਹਈਏ ਦੀ ਅਵਸਥਾ ਨੂੰ ਸਮਝ ਗਏ ਵੀ ਹੁਣ ਇਹ ਉੱਪਰਲੀ ਅਵਸਥਾ ਦੇ ਵਿੱਚ। ਮਹਾਰਾਜ ਜੀ ਕਹਿੰਦੇ ਵਾਹ ਭਾਈ ਕਨ੍ਹਈਆ, ਜਿੱਥੇ ਤੂੰ ਪਾਣੀ ਦੀ ਸੇਵਾ ਕਰਦਾ ਨਾ, ਉੱਥੇ ਮੱਲਮ ਪੱਟੀ ਦੀ ਵੀ ਸੇਵਾ ਕਰਦਿਆ ਕਰੇ। ਆਖੋ ਸਤਨਾਮ। ਸਮ ਦ੍ਰਿਸ਼ਟੀ ਜਿਹੜੇ ਨਾਮ ਜਪਣ ਵਾਲੇ ਨੇ, ਬੰਦਗੀ ਕਰਨ ਵਾਲੇ ਨੇ, ਭਜਨ ਕਰਨ ਵਾਲੇ ਨੇ, ਜਿਨ੍ਹਾਂ ਦਾ ਪਰਮੇਸ਼ਰ ਦੇ ਨਾਲ ਮਿਲਾਪ ਹੋ ਗਿਆ ਨਾ, ਉਹ ਸਾਰੇ ਸੰਸਾਰ ਨੂੰ, ਸਾਰੀ ਦੁਨੀਆ ਨੂੰ ਇੱਕ ਸਮਝਦੇ ਨੇ। ਪਰ ਸਾਡੇ ਜਿਹੜੇ ਮਨ ਨੇ ਨਾ, ਇਹ ਮਨਮੁਖ ਨੇ। ਅਸੀਂ ਉਹਨਾਂ ਨੂੰ ਵੀ ਵੱਖਰੇ ਵੱਖਰੇ ਸਮਝਦੇ ਹਾਂ। ਉਹ ਸਾਰਿਆਂ ਨੂੰ ਪਿਆਰ ਕਰਦੇ ਨੇ। ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜਿਹੜਾ ਪਰਮੇਸ਼ਰ ਦਾ ਪਿਆਰਾ, ਪਰਮੇਸ਼ਰ ਨੂੰ ਪ੍ਰੇਮ ਕਰਨ ਵਾਲਾ ਹੈ, ਉਹ ਭਾਈ ਸਾਰਿਆਂ ਨੂੰ ਪਿਆਰ ਕਰਦਾ। ਉਹ ਨਹੀਂ ਫਰਕ ਸਮਝਦਾ, ਉਹ ਸਾਰਿਆਂ ਨੂੰ ਇੱਕ ਸਮਝਦਾ ਹੈ। ਪਰ ਕਈ ਵਾਰ ਇਹੋ ਜਿਹਾ ਪੰਗਾ ਪਾ ਬਹਿੰਦੇ ਨੇ ਨਾ, ਉਹ ਕਹਿੰਦਾ ਜੀ ਆਹ ਕੰਮ ਸਾਡਾ ਆ ਹੀ ਨਹੀਂ ਕੀਤਾ, ਉਹ ਕਹਿੰਦਾ ਸਾਡਾ ਆ ਹੀ ਨਹੀਂ ਕੀਤਾ। ਇੱਕ ਦਫਾ ਦੋ ਭਰਾਵਾਂ ਦੀ ਲੜਾਈ, ਦੇਖਿਓ ਸੁਣੋ ਧਿਆਨ ਦੇ ਨਾਲ। ਦੋ ਭਰਾਵਾਂ ਦੀ ਲੜਾਈ ਆਪਸ ਦੇ ਵਿੱਚ ਪਈ ਹੋਈ। ਤਾਂ ਗੁਰਮੁਖ ਪਿਆਰਿਓ, ਕੋਈ ਗੱਲ ਹੋ ਗਈ ਹੋਣੀ ਉਹਨਾਂ ਦੀ ਆਪਸ ਦੇ ਵਿੱਚ। ਤਾਂ ਦੋਨੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਆ ਗਏ, ਦੋਨੇ ਪਰਿਵਾਰ। ਤਾਂ ਗੁਰਮੁਖ ਪਿਆਰੇ ਆ ਕੇ ਗ੍ਰੰਥੀ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਬਾਬਾ ਜੀ, ਕਈਆਂ ਦਾ ਬੋਲਣ ਦਾ ਵੀ ਨਹੀਂ ਪਤਾ ਹੁੰਦਾ ਵੀ ਬੋਲਣਾ ਕਿਵੇਂ ਜਾ ਕੇ ਅਸੀਂ ਨੇ। ਉਹੀ ਰੋਹ ਮਾਰਨਗੇ ਕਈ ਜਾ ਕੇ, ਵੀ ਪਤਾ ਨਹੀਂ ਅਸੀਂ ਕੀ ਬਣੇ ਹੋਏ ਆ ਕੀ ਨਾ। ਕਦੇ ਮੰਤਰੀ ਦੇ, ਕਦੇ MLA ਦੇ, ਵਜ਼ੀਰ ਨੂੰ ਕਦੇ ਬੋਲਿਆ, ਕਦੇ ਕਦੇ ਕਿੰਨਾ ਹੱਥ ਜੋੜ ਕੇ ਅਸੀਂ ਨਿਮਰਤਾ ਦੇ ਨਾਲ ਬੋਲਦੇ। ਉਹਨੂੰ ਪਤਾ ਨਾ ਵੀ ਜਿਹੜੇ ਕੰਮ ਲਈ ਆਏ ਆ ਵੀ ਬਣਨਾ ਨਹੀਂ ਹੈ ਇਹ, ਜਿਹਨੂੰ ਬੋਲਤਾ ਆਕੜ ਜੂਗਾ। ਇੱਥੇ ਦੀਨ ਦੁਨੀਆ ਦਾ ਜਿਹੜਾ ਬਾਲੀ ਆ, ਚਬਰਾਂ ਤਖਤਾਂ ਦਾ ਮਾਲਕ ਆ, ਜਿਹੜਾ ਉਹਨਾਂ ਦਾ ਵਜ਼ੀਰ ਆ ਨਾ, ਉਹ ਵਜ਼ੀਰ ਨੂੰ ਸਾਨੂੰ ਤਮੀਜ਼ ਨਹੀਂ ਹੈ ਵੀ ਬੋਲਣਾ ਕਿਵੇਂ, ਕਿਵੇਂ ਰਿਸਪੈਕਟ ਕਰਨੀ ਆ, ਕਿਵੇਂ ਉਹਦੀ ਆਓ ਭਗਤ ਕਰਨੀ ਆ। ਉਹ ਆਏ ਦੋਨੇ ਪਰਿਵਾਰ, ਕਹਿਣ ਲੱਗੇ ਬਾਬਾ ਜੀ ਅਰਦਾਸ ਕਰੋ। ਕਹਿੰਦੇ ਕੋਈ ਨਹੀਂ ਭਾਈ, ਆਓ ਕਰ ਦਿੰਦੇ ਅਰਦਾਸ। ਹੁਣ ਸਾਡੇ ਵਰਗੇ ਨੂੰ ਕਈ ਵਾਰ ਨਾ, ਹੁਣ ਜਾਂਦੇ ਆ ਹਜੇ ਇੱਥੋਂ ਗੁਰਦੁਆਰੇ ਤੋਂ ਦਰਬਾਰ ਸਾਹਿਬ 'ਚ 3 ਘੰਟੇ ਲਾ ਕੇ ਹਜੇ ਕਮਰੇ 'ਚ ਵੜਦੇ ਨਹੀਂ। ਜਦੀ ਫੋਨ ਆ ਜਾਊਗਾ, ਆ ਕਰਿਓ ਜੀ ਲੌਸਮੈਂਟ ਜੀ ਫਲਾਣੀ। ਨਾ ਕੋਈ ਟਾਈਮ ਦੇਖਦੇ ਨਾ ਕੋਈ ਲੈਣਾ। ਆ ਪਰਸੋਂ ਕਮਾਈ ਤੁਰੀ ਫਿਰੇ ਪਨੀ ਦੁਪਹਿਰੇ ਜੇ ਕਿਹੜੀ ਤੀ, ਦੁਪਹਿਰੇ 1:30-2 ਵਜੇ ਦਾ ਟਾਈਮ, ਕਹਿੰਦੀ ਲੌਸਮੈਂਟ। ਮੈਂ ਕਿਤੇ ਉਰੇ ਹੈ ਨਹੀਂ ਸੀ। ਉਹ ਕਹਿੰਦੇ ਵੀ ਪਰਿਵਾਰ ਕਹਿੰਦੇ ਦੱਸ ਦਿਓ ਜੀ ਕਾਹਦੀ ਕਰਨੀ ਆ। ਬੁੜ ਕਰਦੀ ਚਲੀ ਗਈ। ਲੈ ਦੱਸ, ਇਹੋ ਜਿਹੇ ਵੀ ਲੋਕ ਪਏ ਨੇ ਦੁਨੀਆ ਦੇ ਵਿੱਚ। ਉਹ ਘੱਟੋ ਘੱਟ ਦੱਸ ਤਾਂ ਦਿਓ ਵੀ ਕਾਹਦੀ ਲੌਸਮੈਂਟ ਕਰਨੀ ਹੈ, ਕੀ ਕਰਨੀ ਆ। ਤਾਂ ਗੁਰਮੁਖ ਪਿਆਰੇ, ਨਾ ਅਸੀਂ ਕੋਈ ਟਾਈਮ ਦੇਖਦੇ ਹਾਂ, ਨਾ ਕੋਈ ਅਸੀਂ ਸਮਾਂ ਦੇਖਦੇ ਹਾਂ, ਨਾ ਕੋਈ ਗੁਰੂ ਦੀ ਮਰਿਆਦਾ ਦੇਖਦੇ ਹਾਂ ਵੀ ਕਿਹੜਾ ਕੰਮ ਕਦੋਂ ਕਰਨਾ। ਜਦੋਂ ਸਾਨੂੰ ਜਾਗ ਜੀ ਆ ਗਈ, ਚਲੋ ਭੱਜ ਲਓ ਗੁਰਦੁਆਰੇ ਨੂੰ, ਚੱਕੋ ਮਾਰੋ ਬਾਬੇ ਨੂੰ ਫੋਨ, ਵਿਹਲੇ ਆ, ਕਿਹੜਾ ਕੋਈ ਕੰਮ ਤਾਂ ਹੈ ਨਹੀਂ। ਸੁਣੋ ਜਰਾ ਧਿਆਨ ਦੇ ਨਾਲ, ਸੁਣਨ ਵਾਲੀ ਗੱਲ ਆ। ਉਹ ਦੋਵੇਂ ਪਰਿਵਾਰ ਆਪਸ ਦੇ ਵਿੱਚ ਝਗੜਾ ਤੇ ਗੁਰਦੁਆਰੇ ਆ ਗਏ। ਗੱਲ ਹੋਣੀ ਵੀ ਚਲੋ ਅਰਦਾਸ ਕਰਾਉਂਦੇ ਆਪਾਂ, ਧਰਮ ਨੇਮ ਕਰਦੇ, ਕੋਈ ਇਸ ਤਰ੍ਹਾਂ ਦੀ ਹੋਣੀ ਗੱਲ। ਆ ਕੇ ਗੁਰੂ ਘਰ ਦੇ ਵਜ਼ੀਰ ਨੂੰ ਕਹਿਣ ਲੱਗੇ ਬਾਬਾ ਜੀ ਅਰਦਾਸ ਕਰੋ। ਉਹ ਕਹਿੰਦੇ ਕੋਈ ਨਹੀਂ ਭਾਈ, ਆ ਜਾਓ ਅਰਦਾਸ ਕਰ ਦਿੰਦੇ ਆ।
ਦੋਨੇ ਪਰਿਵਾਰ ਇਕੱਠੇ ਹੋ ਗਏ, ਬਾਬਾ ਜੀ ਵਿਚਾਰੇ ਮਹਾਰਾਜ ਮੂਹਰੇ ਖੜੇ। ਉਹ ਕਹਿੰਦਾ ਜੀ ਪਹਿਲਾਂ ਮੇਰੀ ਕਰੋ, ਦੂਜਾ ਕਹਿੰਦਾ ਪਹਿਲਾਂ ਮੇਰੀ ਕਰੋ। ਉਹ ਕਹਿੰਦਾ ਜੀ ਮੇਰੀ ਕਰੋ, ਉਹ ਕਹਿੰਦਾ ਮੈਂ ਕਰਾਉਣੀ ਆ। ਫਸ ਗਿਆ ਵਿਚਾਰਾ ਵਿਚਾਲੇ ਗੁਰੂ ਦਾ ਵਜ਼ੀਰ, ਬਾਹਾਂ ਤੋਂ ਫੜ ਲਿਆ। ਇੱਕ ਉਧਰ ਨੂੰ ਖਿੱਚੇ ਕਹਿੰਦਾ ਮੇਰੀ ਕਰੋ, ਦੂਜਾ ਉਧਰ ਨੂੰ ਖਿੱਚੇ ਕਹਿੰਦਾ ਮੇਰੀ ਕਰੋ। ਲੈ ਦੱਸ ਬਾਬਾ ਕਰੇ ਕੀ, ਵਿਚਾਲੇ ਫਸ ਗਿਆ ਨਾ। ਕਈ ਵਾਰ ਇਸ ਤਰ੍ਹਾਂ ਦੇ ਵੀ ਲੋਕ ਕੰਮ ਕਰ ਜਾਂਦੇ ਨੇ ਵੀ ਅਰਦਾਸ ਇਹ ਕਰਾਉਣੀ ਹੈ, ਪਹਿਲਾਂ ਇੱਕ ਕਰਾ ਲਓ ਫਿਰ ਦੂਜਾ ਕਰਾ ਲਓ। ਉਹਨੂੰ ਐਂ ਖਾਨੀ ਵੀ ਪਹਿਲਾਂ ਮੈਂ ਕਰਾ ਲਾਂਗਾ, ਮੇਰੀ ਸੁਣੂਗਾ, ਵੀ ਇਹਦੀ ਸੁਣਨੀ ਨਹੀਂ। ਉਹ ਸਾਰਿਆਂ ਦੀ ਸੁਣਦਾ, ਉਹ ਤਾਂ ਕੀੜੀ ਤੋਂ ਲੈ ਕੇ ਹਾਥੀ ਤੱਕ ਦੀ ਸੁਣਦਾ। ਜਦੋਂ ਅਸੀਂ ਸਰਧਾ ਦੇ ਨਾਲ, ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰਾਂਗੇ ਨਾ, ਉਹ ਸਾਰਿਆਂ ਦੀ ਸੁਣਦਾ ਹੈ। ਹੁਣ ਕਿਉਂ ਆਖਿਆ ਜਾਂਦਾ ਕਰੋਨਾ ਵਾਇਰਸ ਦੀ ਜੋ ਬਿਮਾਰੀ ਚੱਲ ਰਹੀ ਹੈ, ਇਹ ਆਪਣੇ ਪੰਜਾਬ ਦੇ ਵਿੱਚ ਵੀ ਆ ਬੜੀ ਆ। ਪੁੱਠਵਾਲਾ ਪਿੰਡ ਸਾਰਾ ਸੀਲ ਕੀਤਾ ਹੋਇਆ। ਜੋ ਉੱਥੇ ਦਾ ਬਲਦੇਵ ਸਿੰਘ ਸੀ, ਇਹ ਬਿਮਾਰੀ ਉਹਨੂੰ ਸੀ, ਗਾਹਾਂ ਤੋਂ ਗਾਹਾਂ ਉਹ ਕਈਆਂ ਨੂੰ ਲਾ ਗਿਆ। ਆਪ ਤਾਂ ਮਰ ਗਿਆ, ਪਿੱਛੇ ਬਿਮਾਰੀ ਲੱਗ ਗਿਆ। ਹੁਣ ਉਹ ਸਾਰਾ ਪਿੰਡ ਸੀਲ ਕੀਤਾ ਹੋਇਆ, ਕੱਲੇ ਕੱਲੇ ਬੰਦੇ ਦਾ ਟੈਸਟ ਹੋ ਰਿਹਾ। ਹੁਣ ਇਹਦਾ ਇਲਾਜ ਕੋਈ ਨਹੀਂ ਲੱਭਿਆ। ਜਿਹੜੇ ਰੱਬ ਨੂੰ ਨਹੀਂ ਸੀ ਨਾ ਮੰਨਣ ਵਾਲੇ, ਵੀ ਅਸੀਂ ਰੱਬ ਨੂੰ ਨਹੀਂ ਮੰਨਦੇ, ਆਪਣੇ ਆਪ ਨੂੰ ਵਿਗਿਆਨੀ ਅਖਵਾਉਂਦੇ ਸੀ। ਕਿੱਡੇ ਕਿੱਡੇ ਗੁਰਮੁਖ ਪਿਆਰਿਓ ਵਿਗਿਆਨੀ ਹੋਏ ਨੇ, ਸਾਰੇ ਹੱਥ ਖੜੇ ਕਰ ਗਏ। ਜਿਹੜੇ ਡਾਕਟਰ ਵੀ ਰੱਬ ਨੂੰ ਨਹੀਂ ਸੀ ਨਾ ਮੰਨਦੇ, ਉਹ ਵੀ ਸਾਰੇ ਹੱਥ ਖੜੇ ਕਰ ਗਏ ਵੀ ਹੁਣ ਤਾਂ ਪਰਮਾਤਮਾ ਹੀ ਰੱਖਿਆ ਕਰੇ, ਪਰਮਾਤਮਾ ਹੀ ਕਿਰਪਾ ਕਰੇ। ਤੇ ਪਰਮੇਸ਼ਰ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਅਰਜ ਬੇਨਤੀ ਕਰਦੇ ਨਜ਼ਰ ਆਏ। ਆਖੋ ਸਤਨਾਮ। ਉਹ ਪਰਮੇਸ਼ਰ ਬੜਾ ਬਲਵਾਨ ਆ। ਤਾਂ ਗੁਰਮੁਖ ਪਿਆਰੇ, ਉਹ ਵਾਹਿਗੁਰੂ ਪਰਮੇਸ਼ਰ ਉਹ ਸਭਨਾਂ ਦੀ ਰੱਖਿਆ ਵੀ ਕਰਦਾ ਤੇ ਹਿਸਾਬ ਕਿਤਾਬ ਕਰਮਾਂ ਦੇ ਹਿਸਾਬ ਨਾਲ ਕਰਦਾ। ਇਸ ਕਰਕੇ ਜੋ ਉਹ ਲੋਕਾਂ ਨੇ ਜੀਵ ਹੱਤਿਆ ਕੀਤੀ, ਜਿਉਂਦੇ ਜਾਨਵਰਾਂ ਨੂੰ ਕਿਵੇਂ ਤੜਫਾ ਕੇ ਤੇਲ ਦੇ ਵਿੱਚ ਤਲ ਕੇ ਉਹਨਾਂ ਨੇ ਖਾਧਿਆਂ, ਕਦੇ ਚਮਚੜਿੱਕਾ, ਕਦੇ ਹੋਰ ਕਿੰਨੇ ਜਾਨਵਰ, ਕਿੰਨੇ ਆਪਾਂ ਦੇਖਦੇ ਹਾਂ। ਦੇਖੋ ਤੁਸੀਂ ਕਿੰਨਾ YouTube ਦੇ ਉੱਪਰ ਜਿਉਂਦੇ ਜਾਨਵਰਾਂ ਨੂੰ ਕਿਵੇਂ ਕਿਵੇਂ ਖਾਧਾ, ਕਿਵੇਂ ਕਿਵੇਂ ਤੜਫਾਇਆ। ਹੁਣ ਤੜਫ ਰਹੇ ਨੇ ਨਾ ਫਿਰ ਆਪ। ਉਹ ਹਿਸਾਬ ਕਿਤਾਬ ਦੇ ਕਰਨਾ ਪੈਂਦਾ, ਇੱਥੇ ਹੀ ਹੁੰਦਾ ਲੇਖਾ ਜੋਖਾ। ਸਰੀਰਾਂ ਦਾ ਹਿਸਾਬ ਕਿਤਾਬ ਤਾਂ ਇੱਥੇ ਹੀ ਹੋ ਜਾਂਦਾ। ਜਿਹੜੀ ਆਤਮਾ ਵਾਲਾ ਕੰਮ ਆ, ਉਹ ਫਿਰ ਗੁਰਮੁਖ ਪਿਆਰਿਓ ਅੱਗੇ ਹਿਸਾਬ ਕਿਤਾਬ ਹੁੰਦਾ ਆਤਮਾ ਨਾਲ। ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਰਹੀਏ, ਉਹਦੇ ਭਾਣੇ ਵਿੱਚ ਰਹੀਏ, ਪਰਮੇਸ਼ਰ ਦਾ ਨਾਮ ਜਪੀਏ, ਬੰਦਗੀ ਕਰੀਏ। ਕਿੰਨੇ ਵਿਚਾਰੇ ਪੁਲਿਸ ਵਾਲੇ ਵੀਰ ਕਿੰਨੇ ਪਿਆਰ ਦੇ ਨਾਲ ਸਾਨੂੰ ਸਮਝਾਉਂਦੇ ਨੇ, ਕਈ ਸਮਝਦੇ ਨਹੀਂ। ਹੁਣ ਇੱਕ ਵੀਡੀਓ ਦੇਖੀ ਸੀ, ਇੱਕ ਲੜਕੀ ਸਕੂਟਰੀ ਦੇ ਉੱਪਰ ਚੜੀ ਆ ਰਹੀ ਆ, ਪੁਲਿਸ ਵਾਲਾ ਉਹ ਭਾਈ ਕਹਿੰਦਾ ਭਾਈ ਵੀ ਪਿੱਛੇ ਮੁੜ ਜਾ, ਜਾਣਾ ਨਹੀਂ ਹੈ। ਉਹ ਲੜਕੀ ਉਹਨੂੰ ਗਾਲਾਂ ਕੱਢ ਰਹੀ ਆ। ਪੁਲਿਸ ਵਾਲੇ ਨੇ ਫਿਰ ਵੀਡੀਓ ਬਣਾ ਲਈ। ਉਹ ਕਹਿੰਦਾ ਵੀ ਤੂੰ ਗਾਲਾਂ ਨਾ ਕੱਢ, ਤੂੰ ਭੱਜ ਜਾ, ਪਿੱਛੇ ਮੁੜ ਜਾ। ਨਹੀਂ ਮੁੜ ਰਹੀ। ਪੁਲਿਸ ਵਾਲਾ ਕਹਿੰਦਾ ਮੈਂ ਡੰਡਾ ਮਾਰਾਂਗਾ ਫਿਰ ਜੇ ਤੂੰ ਨਹੀਂ ਮੰਨਦੀ। ਉਹ ਮੰਨੀ ਨਹੀਂ, ਗਾਲਾਂ ਕੱਢਦੀ ਨਾ ਸਕੂਟਰੀ ਪੁਲਿਸ ਵਾਲੇ ਦੇ ਪੈਰ ਦੇ ਵਿੱਚ, ਲੱਤਾਂ 'ਚ ਮਾਰੀ ਜਾ ਕੇ। ਜੇ ਉੱਥੇ ਗੁਰਮੁਖ ਪਿਆਰੇ ਪੁਲਿਸ ਵਾਲਾ ਚਾਰ ਡੰਡੇ ਮਾਰ ਦਿੰਦਾ, ਬਖੇੜਾ ਖੜਾ ਕਰਕੇ ਬਹਿੰਦੇ ਲੋਕ ਵੀ, ਲਓ ਜੀ ਇਹ ਕੁੜੀਆਂ ਨੂੰ ਵੀ ਕੁੱਟਣ ਲੱਗੇ ਜੀ। ਪਰ ਗਲਤੀ ਹੈ ਨਾ, ਜਿਹੜੀ ਗਲਤੀ ਆ। ਕਾਨੂੰਨ ਆ, ਮਾਨ ਮਰਿਆਦਾ, ਉਹ ਕਾਹਦੇ ਕਰਕੇ ਰੋਕਦੇ ਨੇ? ਉਹ ਸਾਡੇ ਭਲੇ ਕਰਕੇ ਰੋਕਦੇ ਨੇ। ਲੈ ਖੁੱਲ੍ਹ ਦੇ ਦਿਓ ਸਾਰੇ ਵੀ, ਕੋਈ ਗੱਲ ਨਹੀਂ ਭਾਈ, ਆਪਦਾ ਸਮਾਨ ਤੁਸੀਂ ਲਿਆ ਸਕਦੇ ਹੋ, ਆ ਜਾ ਸਕਦੇ ਹੋ। ਯਾਦ ਰੱਖਿਓ 15 ਦਿਨਾਂ ਦੇ ਵਿੱਚ ਅੱਧਾ ਪੰਜਾਬ ਖਤਮ ਹੋ ਜੂ। ਆਖੋ ਸਤਨਾਮ।
15 ਦਿਨਾਂ ਦੇ ਵਿੱਚ ਅੱਧਾ ਪੰਜਾਬ ਖਤਮ ਹੋ ਜੂ, ਅੱਧਾ। ਇਹਨੂੰ ਅਸੀਂ ਸਰਸਰੀ ਕਰਕੇ ਨਹੀਂ ਜਾਣਦੇ। ਜਿੱਥੇ ਜੀ ਕਰਦਾ ਉੱਥੇ 4 ਜਣੇ ਖੜ ਕੇ ਆਪਦਾ ਗੱਲਾਂ ਬਾਤਾਂ ਕਰਦੇ ਆ, ਗੌਰ ਨਹੀਂ ਨਾ ਕਰਦੇ, ਸਰਸਰੀ ਗੱਲ ਨੂੰ ਸਮਝੀ ਫਿਰਦੇ ਆ। ਜੇ ਪੰਜਾਬ ਪੁਲਿਸ ਇੰਨੀ ਸਖਤਾਈ ਨਾ ਕਰਦੀ, ਸਰਕਾਰ ਇੰਨੀ ਸਖਤਾਈ ਨਾ ਕਰਦੀ, ਤਾਂ 15 ਦਿਨਾਂ ਦੇ ਵਿੱਚ ਅੱਧਾ ਪੰਜਾਬ ਖਾਲੀ ਹੋ ਜਾਣਾ ਸੀ। ਉਹ ਗੁਰਮੁਖ ਪਿਆਰਿਓ, ਰੱਬ ਪਰਮੇਸ਼ਰ ਪੁਲਿਸ ਵਾਲਿਆਂ ਦੇ ਰੂਪ ਦੇ ਵਿੱਚ ਉਹ ਪਿਆਰ ਦੇ ਨਾਲ ਵੀ ਸਮਝਾਉਂਦਾ। ਜੇ ਪਿਆਰ ਦੇ ਨਾਲ ਨਹੀਂ ਸਮਝਾਉਂਦਾ ਫਿਰ ਸਖਤਾਈ ਵੀ ਕਰਦਾ। ਹੁਣ ਮਾਂ ਬਾਪ ਆ ਜਿਹੜਾ, ਉਹ ਬੱਚੇ ਦਾ ਭਲਾ ਚਾਹੁੰਦਾ ਨਾ। ਮਾੜੇ ਕੰਮ ਤੋਂ ਬੱਚੇ ਨੂੰ ਪਹਿਲਾਂ ਪਿਆਰ ਦੇ ਨਾਲ ਵੀ ਟਾਲਦਾ, ਮੋੜਦਾ। ਜਦੋਂ ਮੁੜਦਾ ਨਹੀਂ ਫਿਰ ਸ਼ਾਸਤਰ ਵੀ ਚੱਕਣਾ ਪੈਂਦਾ। ਆਖੋ ਸਤਨਾਮ। ਕਾਹਦੇ ਵਾਸਤੇ? ਬੱਚੇ ਦੇ ਭਲੇ ਵਾਸਤੇ। ਇਸੇ ਕਰਕੇ ਸਾਡੀ ਭਲਾਈ ਵਾਸਤੇ ਪ੍ਰਸ਼ਾਸਨ, ਪੁਲਿਸ ਵਾਲੇ ਵੀਰ ਆਪਣੇ ਨਿੱਕੇ ਨਿੱਕੇ ਬੱਚੇ ਛੱਡ ਕੇ, ਆਪਣੀਆਂ ਘਰ ਵਾਲੀਆਂ ਛੱਡ ਕੇ, ਆਪਣੀ ਨੀਂਦ ਛੱਡ ਕੇ ਦਿਨ ਰਾਤ ਡਿਊਟੀ ਨਿਭਾ ਰਹੇ ਨੇ ਸਾਨੂੰ ਬਚਾਉਣ ਵਾਸਤੇ। ਅਸੀਂ ਫਿਰ ਵੀ ਉਹਨਾਂ ਨੂੰ ਮਾੜਾ ਚੰਗਾ ਬੋਲਦੇ ਹਾਂ, ਕਿੰਨਾ ਕੁਛ ਕਰਦੇ ਹਾਂ। ਧੰਨਵਾਦ ਕਰਨਾ ਚਾਹੀਦਾ ਉਹਨਾਂ ਦਾ, ਜਿਹੜੇ ਸਾਡੀ ਰੱਖਿਆ ਵਾਸਤੇ ਜੁੜੇ ਹੋਏ ਨੇ। ਇਸ ਕਰਕੇ ਗੁਰਮੁਖ ਪਿਆਰਿਓ, ਜਿਹੜੇ ਫਿਰ ਬਾਤੋਂ ਕੇ ਪੂਤ, ਬਾਤਾਂ ਸੇ ਨਹੀਂ ਨਾ ਮੰਨਦੇ, ਗੱਲਾਂ ਨਾਲ ਨਹੀਂ ਨਾ ਮੰਨਦੇ, ਫਿਰ ਗੁਰਮੁਖ ਪਿਆਰਿਓ ਬਾਤੋਂ ਕੇ ਪੂਤ ਲਾਤੋਂ ਸੇ ਮੰਨਤੇ ਹੈ। ਫਿਰ ਉਹ ਡੰਡੇ ਨਾਲੇ ਮੰਨਦੇ ਨੇ, ਉਹ ਨਹੀਂ ਮੰਨਦੇ। ਜੇ ਇੰਨੀ ਸਖਤਾਈ ਨਾ ਕਰੇ ਨਾ, ਅੱਧਾ ਪਿੰਡ ਆਪਣਾ ਵੀ ਪਾਤਣਾ ਫਿਰਦਾ ਹੋਊਗਾ। ਆਖੋ ਸਤਨਾਮ। ਸਾਰੇ ਲਾ ਲਓ ਬਸ, ਦੁਨੀਆ ਜਿੱਥੇ ਵੀ ਇਹ ਸਖਤਾਈ ਕੀਤੀ ਹੈ। ਬੜੀ ਇਹ ਭਿਆਨਕ ਬਿਮਾਰੀ ਆ। ਇਹ ਕੋਈ ਹਵਾ ਦੇ ਵਿੱਚ ਨਹੀਂ ਉਡੀ ਫਿਰਦੀ ਵੀ ਤੁਰੀ ਫਿਰਦੀ ਆ। ਇਹ ਲੱਗਦੀ ਆ ਲਾਗ, ਇੱਕ ਦੂਸਰੇ ਨੂੰ ਲਾਗ ਲੱਗਦੀ ਆ, ਇੱਕ ਦੂਸਰੇ ਨੂੰ ਲਾਗ ਲੱਗਦੀ ਆ। ਕਿਉਂ ਆਖਿਆ ਵੀ ਹੱਥ ਨਹੀਂ ਮਿਲਾਉਣਾ, ਹੱਥ ਨਾਲ ਹੱਥ ਨਹੀਂ ਟੱਚ ਕਰਨਾ? ਕਿਉਂਕਿ ਜਿਹੜੀ ਲਾਗ ਦੀ ਬਿਮਾਰੀ, ਇਸ ਕਰਕੇ ਕਹਿੰਦੇ ਨੇ ਵੀ ਭਾਈ ਇੱਕ ਦੂਜੇ ਦੇ ਨੇੜੇ ਨਹੀਂ ਜਾਣਾ, ਹੱਥ ਨਹੀਂ ਮਿਲਾਉਣਾ। ਇਸੇ ਕਰਕੇ ਸਾਨੂੰ ਅੰਦਰ ਬੰਦ ਕੀਤਾ ਹੈ ਵੀ ਆਪੋ ਆਪਣੇ ਘਰਾਂ ਦੇ ਵਿੱਚ ਜਿਹੜਾ ਹੈ ਉਹ ਸਹੀ ਸਲਾਮਤ। ਜੇ ਬਾਹਰ ਜਾਊ, ਕਿਸੇ ਨਾਲ ਅਟੈਚਮੈਂਟ ਹੋਊ, ਉਹ ਖਬਰ ਆ ਉਸ ਨੂੰ ਬਿਮਾਰੀ ਕੋਈ ਲੱਗੀ ਹੋਵੇ। ਇੱਕ ਬੰਦੇ ਨੂੰ ਬਿਮਾਰੀ ਲੱਗ ਜੇ ਗੁਰਮੁਖ ਪਿਆਰਿਓ, ਤੋਂ ਗਾਹਾਂ ਤੋਂ ਗਾਹਾਂ, ਗਾਹਾਂ ਤੋਂ ਗਾਹਾਂ, ਗਾਹਾਂ ਤੋਂ ਗਾਹਾਂ, ਗਾਹਾਂ ਤੋਂ ਗਾਹਾਂ ਬਹੁਤ ਨੂੰ ਗਾਲ ਦਿੰਦਾ ਹੈ। ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਉਹ ਪ੍ਰੇਮ ਦੇ ਨਾਲ ਵੀ ਸਾਨੂੰ ਸਮਝਾਉਂਦਾ ਤੇ ਉਹ ਤਾੜਦਾ ਵੀ ਹੈ। ਵਿਚਾਰ ਚੱਲ ਰਹੀ ਸੀ ਆਪਣੀ, ਜਿੱਥੇ ਕਿਤੇ ਵੀ ਮੈਂ ਵੇਖਦਾ ਹਾਂ ਉੱਥੇ ਇੱਕ ਸਾਈਂ ਨੂੰ ਪਾਉਂਦਾ ਹਾਂ। ਉਹ ਪਰਮੇਸ਼ਰ ਨੂੰ ਦੇਖਦਾ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈਏ। ਉਹ ਸਾਰਿਆਂ ਦੇ ਵਿੱਚ ਇੱਕ ਦਾਤਾ ਹੈ, ਉਹ ਸਮਾ ਰਿਹਾ ਸਾਰਿਆਂ ਦੇ ਵਿੱਚ। ਮਹਾਰਾਜ ਜੀ ਕਹਿੰਦੇ, ਰਹੇ ਨਰਾਲਮ ਏਕ ਸਚ ਕਰਨੀ, ਪਰਮ ਪਦ ਪਾਇਆ ਸੇਵਾ ਗੁਰ ਚਰਣੀ। ਮਨ ਤੇ ਮਨ ਮਾਨਿਆ, ਚੋਕੇ ਅੰਗ ਪਰਮਣੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ, ਭਾਈ ਮਹਾਰਾਜ ਜੀ ਕਹਿੰਦੇ, ਜੋ ਬੇਦਾਗ ਰਹਿੰਦਾ ਹੈ ਅਤੇ ਕੇਵਲ ਸੱਚੇ ਅਮਲ ਕਮਾਉਂਦਾ ਹੈ, ਸੱਚੇ ਕੰਮ ਕਰਦਾ ਹੈ, ਉਹ ਮਹਾਨ ਮਰਤਬਾ ਪਾ ਲੈਂਦਾ ਹੈ ਅਤੇ ਗੁਰਾਂ ਦੇ ਚਰਨਾਂ ਨੂੰ ਸੇਵਦਾ ਹੈ। ਮਨ ਤੋਂ ਹੀ ਉਸ ਦੇ ਮਨੂਏ ਦੀ ਸੰਤੁਸ਼ਟਤਾ ਹੋ ਜਾਂਦੀ ਹੈ
ਅਤੇ ਉਸ ਦੀ ਹੰਕਾਰ ਅੰਦਰ ਭਟਕਣਾ ਮੁੱਕ ਜਾਂਦੀ ਆ। ਇਨ ਬਿਦ ਕੌਣ ਕੌਣ ਨਹੀਂ ਤਾਰਿਆ, ਹਰ ਜਸ ਸੰਤ ਭਗਤ ਨਿਸਤਾਰਿਆ। ਪ੍ਰਭ ਪਾਏ ਹਮ ਅਬਰ ਨ ਪਾਰਿਆ। ਇਸ ਰੀਤੀ ਨਾਲ ਕਿਸ ਤੇ ਕਿਹੜੇ ਨੂੰ ਵਾਹਿਗੁਰੂ ਪਾਰ ਨਹੀਂ ਕੀਤਾ। ਇਨ ਵਿਦ ਕੌਣ ਕੌਣ ਨਹੀਂ ਤਰਿਆ। ਮਹਾਰਾਜ ਜੀ ਕਹਿੰਦੇ ਵਾਹਿਗੁਰੂ ਦੀ ਕੀਰਤੀ ਨੇ ਉਸ ਸਾਧੂਆਂ ਤੇ ਅਨਰਾਗੀਆਂ ਦਾ ਪਾਰ ਉਤਾਰਾ ਕਰ ਦਿੱਤਾ ਹੈ। ਮਾਲਕ ਨੂੰ ਮੈਂ ਪਾਲਿਆ ਹੈ ਅਤੇ ਹੁਣ ਹੋਰਸ ਨੂੰ ਨਹੀਂ ਭਾਲਦਾ। ਇੱਕ ਵਾਹਿਗੁਰੂ ਪਰਮੇਸ਼ਰ ਨੂੰ ਮੈਨੇ ਪਾਲਿਆ, ਮੈਂ ਹੋਰ ਨੂੰ ਨਹੀਂ ਭਾਲਦਾ। ਹੁਣ ਜਿਹਨੂੰ ਇੱਕ ਲੱਭ ਗਿਆ, ਮੁਕਤੀ ਦਾ ਦਾਤਾ, ਸਾਨੂੰ ਪ੍ਰੇਮ ਕਰਨ ਵਾਲਾ, ਸਾਡੇ ਤੇ ਮਿਹਰ ਕਰਨ ਵਾਲਾ, ਸਾਡੇ ਤੇ ਕਿਰਪਾ ਕਰਨ ਵਾਲਾ ਸਾਨੂੰ ਇੱਕ ਲੱਭ ਗਿਆ, ਫਿਰ ਦੂਜੇ ਦੀ ਕੀ ਲੋੜ ਪੈ ਗਈ ਬਈ। ਜਦੋਂ ਇੱਕ ਸਾਨੂੰ ਮਿਲਿਆ ਹੋਇਆ, ਉਹ ਸਾਡੀ ਰੱਖਿਆ ਕਰਦਾ, ਸਾਡੀ ਦੇਖਭਾਲ ਕਰਦਾ, ਸਾਡੀ ਹਰ ਇੱਛਾ ਪੂਰੀ ਕਰਦਾ, ਮਨ ਦੀ ਭਾਵਨਾ ਪੂਰੀ ਕਰਦਾ, ਫਿਰ ਇਹ ਦੱਸੋ ਦੂਸਰੇ ਦੀ ਕੀ ਲੋੜ ਆ। ਮਹਾਰਾਜ ਜੀ ਤਾਂ ਕਹਿੰਦੇ ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ। ਇੱਕ ਦਾ ਸਿਮਰਨ ਕਰੋ, ਇੱਕ ਨੂੰ ਸਿਮਰੋ ਜੋ ਜਲ ਦੇ ਵਿੱਚ ਵੀ ਤੇ ਥਲ ਦੇ ਵਿੱਚ ਵੀ ਤੇ ਤੇਰੇ ਵਿੱਚ ਵੀ ਜੋ ਸਮਾਰਿਆ, ਉਹਦਾ ਸਿਮਰਨ ਕਰ। ਵਾਹਿਗੁਰੂ ਦੀ ਕੀਰਤੀ ਨੇ ਤਾਂ ਗੁਰਮੁਖ ਪਿਆਰਿਓ ਮਾਲਕ ਨੂੰ ਮੈਂ ਪਾਲਿਆ ਹੈ ਅਤੇ ਹੁਣ ਮੈਂ ਹੋਰਸ ਨੂੰ ਨਹੀਂ ਲੱਭਦਾ। ਇੱਕ ਹੀ ਕਾਫੀ ਹੋਰ ਤੋਂ ਮਾਫੀ। ਇੱਕ ਹੀ ਕਾਫੀ। ਇੱਕ ਨੂੰ ਪ੍ਰੇਮ ਕਰੋ, ਇੱਕ ਦਾ ਸਿਮਰਨ ਕਰੋ, ਇੱਕ ਦੀ ਬੰਦਗੀ ਕਰੋ। ਤਾਂ ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਜੀ ਅੱਗੇ ਫਰਮਾਨ ਕਰਦੇ ਨੇ, ਸਾਚ ਮਹਿਲ ਗੁਰ ਅਲਖ ਲਖਾਇਆ, ਨੈਚਲ ਮੈਲ ਨਹੀਂ ਸਾਇਆ ਮਾਇਆ। ਸੱਚ ਸੰਤੋਖੇ ਪਰਮ ਚੁਕਾਇਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ, ਗੁਰਾਂ ਨੇ ਮੈਨੂੰ ਸ੍ਰੇਸ਼ਟ ਪ੍ਰਭੂ ਨੂੰ ਸੱਚੇ ਮੰਦਰ ਅੰਦਰ ਬਖਾਲ ਦਿੱਤਾ। ਸੱਚਾ ਮੰਦਰ ਕਿਹੜਾ? ਆ ਸਰੀਰ। ਇਹ ਮਹਿਲ ਦੇ ਅੰਦਰ, ਇਸ ਸਰੀਰ ਦੇ ਅੰਦਰ ਉਹ ਪਰਮੇਸ਼ਰ ਬਖਾਲ ਦਿੱਤਾ, ਦਿਖਾ ਦਿੱਤਾ ਹੈ। ਅਹਿਲ ਹੈ ਇਹ ਟਿਕਾਣਾ, ਇਹ ਮੋਹਣੀ ਦਾ ਪ੍ਰਤੀਬਿੰਬ ਨਹੀਂ ਹੈ। ਸੱਚਾਈ ਦੇ ਰਾਹੀਂ ਸੰਤੁਸ਼ਟਤਾ ਆ ਜਾਂਦੀ ਆ ਅਤੇ ਸੰਦੇਹ ਦੂਰ ਹੋ ਜਾਂਦਾ ਹੈ। ਜਿਨ ਕੈ ਮਨ ਬਸਿਆ ਸਚ ਸੋਈ, ਤਿਨ ਕੀ ਸੰਗਤ ਗੁਰਮੁਖ ਹੋਈ। ਨਾਨਕ ਨਾਮ ਮਲ ਖੋਈ। ਆਓ ਆ ਲਾਸਟ ਪੰਕਤੀਆਂ ਪੜ੍ਹ ਦਈਏ, ਫਿਰ ਕਰੀਏ ਸਮਾਪਤੀ ਭਾਈ। ਜਿਨ ਕਾ ਮਨ ਬਸਿਆ ਸਚ ਸੋਈ, ਤਿਨ ਕੇ ਸੰਗਤ ਗੁਰਮੁਖ ਹੋਈ। ਨਾਨਕ ਸਾਚ ਨਾਮ ਮਲ ਖੋਈ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਦੇ ਅੰਦਰ ਆਤਮੇ
ਉਹ ਸੱਚਾ ਸਾਈਂ ਨਿਵਾਸ ਰੱਖਦਾ ਹੈ, ਉਹ ਵਾਹਿਗੁਰੂ ਪਰਮੇਸ਼ਰ ਨਿਵਾਸ ਰੱਖਦਾ ਹੈ। ਮਹਾਰਾਜ ਜੀ ਕਹਿੰਦੇ ਉਹਨਾਂ ਦੇ ਮੇਲ ਮਿਲਾਪ ਅੰਦਰ ਪ੍ਰਾਣੀ ਬੰਦੇ ਧਰਮਾਤਮਾ ਹੋ ਜਾਂਦੇ ਨੇ। ਜਿਨ੍ਹਾਂ ਦੇ ਅੰਦਰ ਪਰਮੇਸ਼ਰ ਮਿਲਾਪ ਰੱਖਦਾ ਹੈ, ਜਦੋਂ ਉਹਨਾਂ ਦੀ ਸੰਗਤ ਕਰਾਂਗੇ ਨਾ, ਉਹਨਾਂ ਦੇ ਕੋਲ ਬੈਠਾਂਗੇ ਨਾ, ਉਹਨਾਂ ਦੀਆਂ ਵਿਚਾਰਾਂ ਸੁਣਾਂਗੇ, ਤਾਂ ਬੰਦਾ ਸਿੱਧੇ ਰਸਤੇ ਚੱਲਣ ਲੱਗ ਜਾਂਦਾ ਹੈ। ਆਖੋ ਸਤਨਾਮ। ਧਰਮਾਤਮਾ ਬਣ ਜਾਂਦਾ, ਭਾਵ ਕਿ ਗੁਰਮੁਖ ਬਣ ਜਾਂਦਾ ਹੈ। ਮਨ ਮੁਖ ਤੋਂ ਗੁਰਮੁਖ ਬਣ ਜਾਂਦਾ ਹੈ ਜਦੋਂ ਚੰਗੀ ਸੰਗਤ ਕਰਾਂਗੇ, ਜੇ ਗੱਲ ਨੂੰ ਮੰਨਾਂਗੇ ਤਦ। ਸਤਿਗੁਰੂ ਜੀ ਕਹਿੰਦੇ ਨਾਨਕ ਸੱਚ, ਨਾਨਕ ਸੱਚ ਨਾਮ ਮੈਲ ਨੂੰ ਧੋ ਸੁੱਟਦਾ ਹੈ। ਜਿਹੜੀ ਮਨ ਦੀ ਮੈਲ ਆ ਨਾ, ਉਹਨੂੰ ਮੈਲ ਨੂੰ ਧੋ ਸੁੱਟਦਾ। ਮੈਲ ਕਿੰਨੀ ਕੁ ਲੱਗੀ ਹੋਈ ਆ। ਮਹਾਰਾਜ ਜੀ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਇਆ ਸਿਆਹੋ ਖਨਲੀ ਨਾ ਧੋਤੀ, ਉਜਲ ਨਾ ਹੋਵੀ ਜੇ ਸੋ ਧੋਵਣ ਪਾਹੋ। ਇੰਨੀ ਦਿਸ਼ਾ ਮਾੜੀ ਆ ਸਰੀਰ ਦੀ, ਇੰਨੀ ਮੈਲ ਲੱਗੀ ਹੋਈ ਆ। ਤਾਂ ਗੁਰਮੁਖ ਪਿਆਰਿਓ, ਇਸ ਕਰਕੇ ਭਾਈ ਗੁਰੂ ਦੀ ਸੰਗਤ ਕਰੀਏ, ਗੁਰੂ ਘਰ ਦੀ ਸੰਗਤ ਕਰੀਏ, ਨਾਮ ਸੁਣੀਏ, ਨਾਮ ਜਪੀਏ, ਬਾਣੀ ਪੜ੍ਹੀਏ। ਅੱਜ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਆ। ਅੱਜ ਸਾਨੂੰ ਨਾਮ ਤੋਂ ਬਿਨਾਂ ਕੋਈ ਆਸਰਾ ਨਹੀਂ ਹੈ। ਇਹ ਸਾਰੇ ਸਾਇੰਸਦਾਨਾਂ ਨੇ ਵੀ, ਸਾਰੇ ਡਾਕਟਰਾਂ ਨੇ ਵੀ, ਸਾਰਿਆਂ ਨੇ ਸਿੱਧ ਕਰ ਦਿੱਤਾ ਵੀ ਇੱਕ ਪਰਮਾਤਮਾ ਅੱਗੇ ਅਰਦਾਸ ਕਰੋ। ਅਰਦਾਸ ਤੋਂ ਬਿਨਾਂ, ਭਜਨ ਤੋਂ ਬਿਨਾਂ ਕੁਝ ਨਹੀਂ ਹੈ। ਕਰੋਨਾ ਵਾਇਰਸ ਦੀ ਬਿਮਾਰੀ ਜੋ ਚੱਲ ਰਹੀ ਆ, ਮਹਾਮਾਰੀ ਦੀ ਬਿਮਾਰੀ ਜੋ ਚੱਲ ਰਹੀ ਆ, ਇਹ ਪਹਿਲਾਂ ਵੀ ਚੱਲੀਆਂ ਨੇ। 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਵੇਲੇ ਵੀ ਚੱਲੀ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੇਲੇ ਵੀ ਚੱਲੀ, ਤੇ ਗੁਰਮੁਖ ਪਿਆਰਿਓ ਹੁਣ ਵੀ ਇਹ ਬਿਮਾਰੀ ਚੱਲੀ। ਪਰ ਦੂਰ ਕਿਵੇਂ ਹੋਈ? ਇਹ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਕੇ, ਸਿਮਰਨ ਕਰਕੇ। ਇਸੇ ਕਰਕੇ ਮਹਾਂਪੁਰਸ਼ ਕਹਿੰਦੇ ਨੇ ਵੀ ਸਾਰੇ ਭਾਈ ਰੱਬ ਦੇ ਨਾਮ ਦਾ ਸਿਮਰਨ ਕਰੋ। ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਸੇ ਨਾ ਕਿਸੇ ਵਿੱਚ ਵਸ ਕੇ, ਕਿਸੇ ਨਾ ਕਿਸੇ ਰਾਹੀਂ ਆਪਣਾ ਹੁਕਮ ਕਰਦਾ ਹੈ ਵੀ ਭਾਈ ਬਹੁਤ ਬਿਮਾਰੀ ਭੈੜੀ ਆ ਜੋ ਚੱਲ ਰਹੀ ਆ, ਮਹਾਮਾਰੀ ਦੀ, ਕਰੋਨਾ ਵਾਇਰਸ ਦੀ ਬਿਮਾਰੀ। ਤੇ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਅਰਦਾਸ ਕਰੋ, ਚੌਪਈ ਸਾਹਿਬ ਦੇ ਪਾਠ ਕਰੋ, ਮੂਲ ਮੰਤਰ ਦੇ ਪਾਠ ਕਰੋ, ਗੁਰਮੰਤਰ ਦਾ ਜਾਪ ਕਰੋ, ਸੁਖਮਨੀ ਸਾਹਿਬ ਜੀ ਦੇ ਪਾਠ ਕਰੋ, ਘਰੇ ਸਹਿਜ ਪਾਠ ਕਰੋ, ਬਾਣੀ ਪੜ੍ਹੋ। ਜਿੰਨੀ ਬਾਣੀ ਪੜ੍ਹਾਂਗੇ, ਸਿਮਰਨ ਕਰਾਂਗੇ, ਉਨੀ ਗੁਰਮੁਖ ਪਿਆਰੇ ਦੁੱਖਾਂ ਤੋਂ ਛੁਟਕਾਰਾ ਪਾਵਾਂਗੇ। ਆਖੋ ਸਤਨਾਮ ਵਾਹਿਗੁਰੂ ਜੀ। ਦੁੱਖਾਂ ਤੋਂ ਛੁਟਕਾਰਾ ਪਾਵਾਂਗੇ। ਸਾਰੇ ਮਹਾਂਪੁਰਸ਼ ਰੱਬ ਦੇ ਪਿਆਰੇ ਇਸੇ ਗੱਲ ਤੇ ਜ਼ਿਆਦਾ ਜ਼ੋਰ ਦੇ ਰਹੇ ਨੇ ਵੀ ਉਹ ਭਾਈ ਪਰਮੇਸ਼ਰ ਦਾ ਭਜਨ ਕਰੋ, ਸਿਮਰਨ ਕਰੋ। ਲੰਗਰ ਦੇਖੋ ਥਾਂ ਥਾਂ ਤੇ ਸਾਧੂ ਸੰਤਾਂ ਵੱਲੋਂ ਲੰਗਰ ਲਾਏ ਜਾ ਰਹੇ ਨੇ, ਸੰਗਤਾਂ ਵੱਲੋਂ, ਗੁਰਸਿੱਖਾਂ ਵੱਲੋਂ, ਸੰਸਥਾ ਵੱਲੋਂ, ਟਕਸਾਲਾਂ ਵੱਲੋਂ ਗੁਰੂ ਕੇ ਲੰਗਰ ਲਾਏ ਜਾ ਰਹੇ ਨੇ। ਭੁੱਖਿਆਂ ਦੀ, ਪਿਆਸਿਆਂ ਦੀ ਮਦਦ ਕੀਤੀ ਜਾ ਰਹੀ ਹੈ। ਘਰ ਘਰ ਜਾ ਕੇ ਲੰਗਰ ਪਹੁੰਚਾਇਆ ਜਾ ਰਿਹਾ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਇਹ ਇੱਕੋ ਇੱਕ ਸਮਾਂ ਹੈ ਉਹ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਨ ਦਾ। ਭਜਨ ਕਰਾਂਗੇ, ਸਿਮਰਨ ਕਰਾਂਗੇ ਗੁਰਮੁਖ ਪਿਆਰਿਓ, ਤਦ ਹੀ ਅਸੀਂ
ਇਹ ਦੁੱਖਾਂ ਤੋਂ ਬਚ ਸਕਦੇ ਆ। ਨਹੀਂ, ਸਾਨੂੰ ਕੋਈ ਦੁੱਖਾਂ ਤੋਂ ਬਚਾਉਣ ਵਾਲਾ ਹੋਰ ਕੋਈ ਨਹੀਂ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਸਤਿਗੁਰੂ, ਗੁਰੂ ਦੀ ਬਾਣੀ, ਗੁਰੂ ਦਾ ਸਿਮਰਨ, ਨਾਮ, ਅਰਦਾਸ, ਬੇਨਤੀ, ਇਹ ਸਾਨੂੰ ਇੱਕ ਸਾਡਾ ਹੀਲਾ ਹੈ, ਹੋਰ ਕੋਈ ਨਹੀਂ ਹੈ। ਇਹਦੀ ਨਾ ਦਵਾਈ ਬਣੀ ਆ, ਨਾ ਹਜੇ ਤੱਕ ਕੋਈ ਸਮਝ ਲੱਗੀ ਆ। ਇਸ ਕਰਕੇ ਸਾਰੇ ਦੁੱਖਾਂ ਦੀ ਦਵਾਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਆਪੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਜਪਿਆ ਕਰੋ, ਕਰਿਆ ਕਰੋ ਸਿਮਰਨ ਭਾਈ। ਇਸ ਕਰਕੇ ਕਿਸੇ ਨੇ ਵੀ ਬਾਹਰ ਨਹੀਂ ਨਿਕਲਣਾ ਹੈ, ਆਪੋ ਆਪਣੇ ਘਰਾਂ ਦੇ ਵਿੱਚ ਰਿਹਾ ਕਰੋ। ਸੋ ਆਓ ਇੰਨਾ ਕੁ ਸਮਾਂ ਕਰਿਓ ਪਰਿਵਾਰ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣਹਾਰ ਹਨ। ਅੱਗੋਂ ਵਾਸਤੇ ਸਿਰ 'ਤੇ ਮੇਰਾ ਪਿਆਰ ਰੱਖ ਕੇ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਜੋ ਅੱਜ ਦੇਗ ਦੀ ਸੇਵਾ ਹਾਜ਼ਰ ਹੈ, ਸਰਦਾਰ ਗੁਲਜ਼ਾਰ ਸਿੰਘ ਜੀ, ਇਹਨਾਂ ਪਰਿਵਾਰ ਵੱਲੋਂ ਦੇਗ ਦੀ ਸੇਵਾ ਹਾਜ਼ਰ ਹੈ। ਆਓ ਹੁਣ ਸ਼ਲੋਕ ਦੇ ਵਿੱਚ ਬੋਲ ਕੇ ਆਪਣੀ ਰਸਮ ਨੂੰ ਕਰੀਏ ਪਵਿੱਤਰ। ਅਰਦਾਸ ਹੁਕਮਨਾਮਾ ਸਾਹਿਬ, ਕੜਾਹ ਪ੍ਰਸਾਦ ਦੀਆਂ ਦੇਗਾਂ ਲੈ ਕਰਕੇ ਫਿਰ ਆਪੋ ਆਪਣੇ ਕਾਰੋ ਵਿਹਾਰ ਕਰਨੇ ਨੇ। ਸ਼ਲੋਕ ਪਾਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋ ਦਾਈ ਦਇਆ, ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਬਚੈ ਧਰਮ ਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਸੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।